ਹੈਲੋ ਫਰੈਂਡਸ, ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ITI ਦੇ ਟ੍ਰੇਡ ਕੋਰਸ ਬਾਰੇ ਗੱਲ ਕਰਨ ਜਾ ਰਹੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਕਾਰਪੈਂਟਰ ਟ੍ਰੇਡ ਬਾਰੇ। ਜਿਹੜਾ ITI ਦਾ ਕਾਰਪੈਂਟਰ ਦਾ 1 ਸਾਲ ਦਾ ਕੋਰਸ ਹੈ, ਇਹ ਕੋਰਸ ਕਰਕੇ ਤੁਸੀਂ ਕੈਨੇਡਾ ਜਾ ਕੇ ਕਿੱਥੇ ਸੈਟਲ ਹੋ ਸਕਦੇ ਹੋ, ਕਿੱਥੇ ਕਾਰਪੈਂਟਰ ਦੀ ਜ਼ਰੂਰਤ ਪੈਂਦੀ ਹੈ। सब तो मैं दसना चाहनी हाँ कि जोड़ा ये कारपेंटर का कोर्स है, अगर तुम ये कोर्स कर लेंदे हो या तुहाडा कीता होया कोर्स, तो तुसीं बहुत ही सौखे ढंग दे नाल कैनेडा जाके सैटल हो सकते हो। क्योंकि तुहानूं पता होना चाहिए है, क्योंकि हर किसी नूं पता है कि कैनेडा दे विच की है, ठंड बहुत ज़्यादा पैंदी है। ठंड ज़्यादा पैन करके उत्थे मोस्टली की है, जंगलों के विच दरख्त बहुत ज़्यादा ने। ज़्यादा दरख्त होने करके ਜਿਹੜੀਆਂ 6-6 ਮੰਜ਼िलां ਬਣੀਆਂ ਹੋਈਆਂ ਨੇ ਘਰਾਂ ਦੀਆਂ, ਉਹ ਸਾਰੀਆਂ ਲੱਕੜ ਦੀਆਂ ਮੋਸਟਲੀ ਬਣਾਈਆਂ ਜਾਂਦੀਆਂ, ਤਾਂ ਕਰਕੇ ਉੱਥੇ ਲੱਕੜ ਦਾ ਕੰਮ ਜ਼ਿਆਦਾ ਹੁੰਦਾ ਹੈ ਅਤੇ ਲੱਕੜ ਦੇ ਜ਼ਿਆਦਾ ਕੰਮ ਹੋਣ ਕਰਕੇ ਹੀ ਕਾਰਪੈਂਟਰ ਦੀ ਲੋੜ ਉੱਥੇ ਟਾਈਮ ਟੂ ਟਾਈਮ ਪੈਂਦੀ ਰਹਿੰਦੀ ਹੈ। ਜਿਹੜਾ ਇਹ ਕਾਰਪੈਂਟਰ ਟ੍ਰੇਡ ਹੈ, ਇਹਨੂੰ ਉੱਥੇ ਕੰਸਟਰਕਸ਼ਨ ਟ੍ਰੇਡ ਕਿਹਾ ਜਾਂਦਾ ਹੈ ਕੈਨੇਡਾ ਦੇ ਵਿੱਚ। ਇਹ ਨਹੀਂ ਹੈਗਾ ਕਿ ਉੱਥੇ ਕਾਰਪੈਂਟਰ ਦਾ ਸਾਰਾ ਕੰਮ ਕਾਰਪੈਂਟਰ ਨੂੰ ਹੱਥਾਂ ਨਾਲ ਕਰਨਾ ਪੈਂਦਾ। ਵੱਡੀਆਂ ਮਸ਼ੀਨਾਂ ਨੇ, ਉਹਨਾਂ ਮਸ਼ੀਨਾਂ ਨੂੰ ਕਾਰਪੈਂਟਰ ਨੇ ਟਾਈਮ ਦੇ ਅਕੋਰਡਿੰਗਲੀ ਆਪਰੇਟ ਕਰਨਾ ਹੁੰਦਾ ਹੈ। ਕੰਮ ਮਸ਼ੀਨਾਂ ਨਾਲ ਹੁੰਦਾ ਹੈ, ਬਟ ਕਾਰਪੈਂਟਰ ਨੂੰ ਮਸ਼ੀਨਾਂ ਨੂੰ ਚਲਾਉਣਾ ਪੈਂਦਾ, ਤਾਂ ਸਾਰਾ ਕੰਮ ਮਸ਼ੀਨਾਂ ਦੇ ਥਰੂ ਹੀ ਕੀਤਾ ਜਾਂਦਾ। ਮਸ਼ੀਨਾਂ ਨੂੰ ਔਨ ਕਰਨਾ, ਆਫ ਕਰਨਾ ਤੇ ਆਪਣੀ ਸੇਫਟੀ ਦਾ ਧਿਆਨ ਰੱਖਣਾ, ਇਹ ਕੰਮ ਹੀ ਕਾਰਪੈਂਟਰ ਦਾ ਹੁੰਦਾ ਹੈ। ਤੁਹਾਨੂੰ ਉੱਥੇ ਸਟਾਰਟਿੰਗ ਸੈਲਰੀ ਬਹੁਤ ਵਧੀਆ ਮਿਲਦੀ ਹੈ। ਤੁਸੀਂ ਸਟਾਰਟਿੰਗ ਸੈਲਰੀ ਉੱਥੇ $22 प्रति घंटे के हिसाब नाल लै सकते हो, ਅਤੇ ज़्यादा तुहानूं $35 प्रति घंटे के हिसाब नाल मिल सकते हैं। पर उही परसन उत्थे जाके सैट हो सकता है जिहड़े परसन नूं मेहनत करन दी आदत है, ਅਤੇ जिहड़ा मेहनती है ਅਤੇ हत्थीं काम करन दी जिहनूं आदत है, ਅਤੇ अपना कोर्स तुसीं सीख के कीता होया ते तुहानूं कारपेंटर दा काम वधिया ढंग दे नाल आउंदा है, तां तुसीं सौखे ढंग दे नाल कैनेडा जाके सैटल हो सकते हो। अगर तुसीं सैटरडे संडे भी काम कर लेंदे हो, ਤਾਂ ਤੁਸੀਂ ਆਪਣੀ ਜਿਹੜੀ ਆਮਦਨ ਹੈ ਉਹਨੂੰ ਡਬਲ ਕਰ ਸਕਦੇ ਹੋ, ਪਰ ਤੁਹਾਡਾ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ। ਕੈਨੇਡਾ ਦੇ ਵਿੱਚ ਅਗਰ ਤੁਸੀਂ ਆਪਣਾ ਖੁਦ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਜ਼ਿਆਦਾ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ। ਕੈਨੇਡਾ ਸਰਕਾਰ ਦੀ ਸਿੰਗਲ ਵਿੰਡੋ ਸਕੀਮ ਦੇ ਤਹਿਤ ਤੁਸੀਂ ਘਰੇ ਬੈਠੇ ਵੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ। ਮੀਨਸ ਕਿ ਕੈਨੇਡਾ ਦੇ ਵਿੱਚ ਕਾਰਪੈਂਟਰ ਟ੍ਰੇਡ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਹੁਣ ਆਪਾਂ ਗੱਲ ਕਰਾਂਗੇ ਜੀ ਜੋਬ ਡਿਊਟੀਜ਼। ਕਾਰਪੈਂਟਰ ਦੀਆਂ ਜੋਬ ਡਿਊਟੀਜ਼ ਕੀ ਨੇ ਕੈਨੇਡਾ ਦੇ ਵਿੱਚ, ਇਹ ਵੀ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ। ਜਿਹੜੇ ਇਸ ਟ੍ਰੇਡ ਦੇ ਲੜਕੇ ਲੜਕੀਆਂ ਨੇ, ਉਹਨਾਂ ਨੇ ਕੀ ਕਰਨਾ ਹੁੰਦਾ ਹੈ, ਲੱਕੜ ਦੇ ਮਟੀਰੀਅਲ ਨੂੰ ਲੋੜ ਦੇ ਅਕੋਰਡਿੰਗਲੀ ਕੱਟਣਾ, ਵੱਢਣਾ, ਜੋੜਨਾ, ਮੋੜਨਾ ਜਾਂ ਫਿੱਟ ਕਰਨਾ, ਇਹ ਸਾਰਾ ਕੰਮ ਕਾਰਪੈਂਟਰ ਦਾ ਹੀ ਹੁੰਦਾ ਹੈ। ਜਿਹੜੇ ਕਾਰਪੈਂਟਰ ਨੇ, ਇਹਨਾਂ ਨੂੰ ਕੰਸਟਰਕਸ਼ਨ ਕੰਪਨੀਜ਼ ਦੇ ਵੱਲੋਂ ਹਾਇਰ ਕੀਤਾ ਜਾਂਦਾ ਹੈ ਅਤੇ ਕੰਮ ਤੇ ਲਗਾਇਆ ਜਾਂਦਾ। ਸੋ ਤੁਹਾਨੂੰ ਲੱਕੜ ਦਾ ਸਾਰਾ ਕੰਮ ਬਰੀਕੀ ਨਾਲ ਆਉਣਾ ਜ਼ਰੂਰੀ ਹੈ। ਤੁਸੀਂ ਇਹ ਸਾਰਾ ਕੰਮ ਇੰਡੀਆ ਤੋਂ ਸਿੱਖ ਕੇ ਜਾਂਦੇ ਹੋ, ਤਾਂ ਬਹੁਤ ਸੌਖੇ ਢੰਗ ਦੇ ਨਾਲ ਤੁਸੀਂ ਕੈਨੇਡਾ ਜਾ ਕੇ ਆਪਣੀ ਲਾਈਫ ਨੂੰ ਸੈਟਲ ਕਰ ਸਕਦੇ ਹੋ ਅਤੇ ਜੋਬ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਵੁਡਨ ਹਾਊਸਿਸ ਫਰੇਮਿੰਗ, ਰੂਫਿੰਗ, ਫਲੋਰਿੰਗ ਅਤੇ ਮੇਨਟੇਨੈਂਸ ਡਿਪਾਰਟਮੈਂਟ ਦੇ ਵੱਲੋਂ ਵੀ ਕਾਰਪੈਂਟਰ ਨੂੰ ਨੌਕਰੀ 'ਤੇ ਲਗਾਇਆ ਜਾ ਸਕਦਾ। ਤਾਂ ਤੁਸੀਂ ਆਪਣਾ ਕੰਮ ਬਹੁਤ ਸੋਹਣੇ ਢੰਗ ਦੇ ਨਾਲ ਸਿੱਖ ਕੇ ਜਾ ਰਹੇ। ਤੁਸੀਂ ਹੋਰ ਵੀ ਕੰਮ ਤੁਹਾਨੂੰ ਆਉਣਗੇ, ਜਿਵੇਂ ਡੋਰ ਤੇ ਵਿੰਡੋ ਮੈਨੂਫੈਕਚਰਿੰਗ ਔਰ ਫਿਕਸਿੰਗ ਇਨ ਹਾਊਸਿਸ ਅੰਡਰ ਕੰਸਟਰਕਸ਼ਨ। ਜਿਵੇਂ ਕਿ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉੱਥੇ ਦਰਵਾਜ਼ੇ ਤੇ ਖਿੜਕੀਆਂ ਨੂੰ ਫਿੱਟ ਕਰਨ ਦਾ ਕੰਮ ਵੀ ਤੁਹਾਨੂੰ ਮਿਲ ਸਕਦਾ। ਆਰਕੀਟੈਕਟ ਵੱਲੋਂ ਤਿਆਰ ਕੀਤੇ ਗਏ ਨਕਸ਼ੇ ਦੇ ਅਕੋਰਡਿੰਗਲੀ ਕੈਨੇਡਾ ਦੇ ਕੰਸਟਰਕਸ਼ਨ ਕੋਡ ਬਾਰੇ ਤੁਸੀਂ ਆਪਣੀ ਜਾਣਕਾਰੀ ਰੱਖਣੀ ਹੈ, ਉਹਦੇ ਨਕਸ਼ੇ ਨੂੰ ਪੜ੍ਹਨਾ ਹੈ ਅਤੇ ਉਹਦੇ ਨਕਸ਼ੇ ਦੇ ਅਕੋਰਡਿੰਗਲੀ ਹੀ ਤੁਸੀਂ ਕੰਮ ਕਰਨਾ ਹੈ। ਇਹ ਕੰਮ ਵੀ ਜਿਹੜਾ ਹੈ ਕਾਰਪੈਂਟਰ ਦੁਆਰਾ ਹੀ ਕੀਤਾ ਜਾਂਦਾ ਹੈ। ਲੱਕੜ ਦੇ ਘਰਾਂ ਦਾ ਨਿਰਮਾਣ ਕਰਨਾ, ਨਕਸ਼ੇ ਦੇ ਅਕੋਰਡਿੰਗਲੀ ਕੈਨੇਡਾ ਦੀ ਕੰਸਟਰਕਸ਼ਨ ਕੋਡ ਦੇ ਅਕੋਰਡਿੰਗਲੀ ਕੰਮ ਕਰਨਾ, ਅਤੇ ਇਹਦੇ ਲਈ ਸਾਰਾ ਜਿਹੜਾ ਲੋੜ ਹੈ ਉਹ ਆਧੁਨਿਕ ਮਸ਼ੀਨਾਂ ਦੇ ਨਾਲ, ਜਿਹੜੀ ਉੱਥੇ ਮਸ਼ੀਨਾਂ ਨੇ ਵੱਡੀਆਂ ਉਹਨਾਂ ਦੇ ਨਾਲ ਇਹ ਕੰਮ ਕੀਤਾ ਜਾਂਦਾ ਹੈ। ਤਾਂ ਤੁਹਾਨੂੰ ਇਹ ਕੰਮ ਆਉਣਾ ਜ਼ਰੂਰੀ ਹੈ, ਤੁਹਾਨੂੰ ਇਹ ਕੰਮ ਵੀ ਤੁਹਾਡੇ ਕੋਲੋਂ ਕਰਵਾਇਆ ਜਾਏ। ਲੱਕੜ, ਪਲਾਸਟਿਕ, ਲਾਈਟ ਵੇਟ ਸਟੀਲ, ਵਾਟਰਪ੍ਰੂਫ ਮਟੀਰੀਅਲ, ਇਹ ਸਾਰੇ ਮਟੀਰੀਅਲ ਨੂੰ ਵਰਤਦੇ ਹੋਏ ਹੀ ਕਟਾਈ ਵਢਾਈ ਦਾ ਕੰਮ ਵੀ ਇਹਦੇ ਵਿੱਚ ਸ਼ਾਮਲ ਹੈ। ਤਾਂ ਇਹ ਵੀ ਤੁਹਾਨੂੰ ਆਉਣਾ ਚਾਹੀਦਾ। ਇਹ ਕੰਮ ਵੀ ਉੱਥੇ ਕਾਰਪੈਂਟਰ ਦੁਆਰਾ ਹੀ ਕੀਤਾ ਜਾਂਦਾ। ਜਿਹੜੇ ਮਕਾਨ ਨੇ, ਉਹਨਾਂ ਦੀਆਂ ਜਿਹੜੀਆਂ 6-6 ਬਿਲਡਿੰਗਾਂ ਬਣੀਆਂ ਹੋਈਆਂ ਨੇ ਉੱਪਰ ਦੇ ਉੱਪਰ,
ਉਹਨਾਂ ਬਿਲਡਿੰਗਾਂ ਦੀ ਨੀਹਾਂ ਤੋਂ ਲੈ ਕੇ ਛੱਤ ਤੱਕ ਦਾ ਨਿਰਮਾਣ ਅਤੇ ਸਾਰਾ ਕੰਮ, ਜਿਹੜੀ ਉਹਦੀ ਸਟੇਅਰਸ ਬਣਾਉਣੀਆਂ ਨੇ ਜਾਂ ਫਿਰ ਗਾਰਡ ਰੇਲਸ ਤਿਆਰ ਕਰਨੀਆਂ ਨੇ, ਉਹਨਾਂ ਦੇ ਵਿੱਚ ਦਰਵਾਜ਼ੇ ਤੇ ਖਿੜਕੀਆਂ ਫਿੱਟ ਕਰਨੀਆਂ ਨੇ, ਇਹ ਸਾਰਾ ਕੰਮ ਵੀ ਕਾਰਪੈਂਟਰ ਦੁਆਰਾ ਹੀ ਕੀਤਾ ਜਾਂਦਾ ਹੈ। ਲੱਕੜ ਤੋਂ ਤਿਆਰ ਕੀਤੇ ਜਾਣ ਵਾਲੇ ਫਰਨੀਚਰ ਦੀਆਂ ਆਈਟਮਾਂ ਵੀ ਇਹਦੇ ਵਿੱਚ ਸ਼ਾਮਲ ਨੇ, ਜਿਵੇਂ ਲੱਕੜ ਦੇ ਚੇਅਰ ਤਿਆਰ ਕਰਨੀ ਹੈ, ਟੇਬਲ ਤਿਆਰ ਕਰਨਾ ਹੈ, ਤਾਂ ਸਟੂਲ ਤਿਆਰ ਕਰਨਾ ਹੈ, ਬੈੱਡ ਤਿਆਰ ਕਰਨੇ ਹੈ, ਤਾਂ ਇਹ ਕੰਮ ਵੀ ਲੱਕੜ ਦਾ ਸਾਰਾ ਕਾਰਪੈਂਟਰ ਦੇ ਥਰੂ ਹੀ ਕਰਵਾਇਆ ਜਾਂਦਾ ਹੈ। ਕਾਰਪੈਂਟਰ ਇਹ ਸਾਰੇ ਕੰਮ ਨੂੰ ਕਰਦਾ ਹੈ। ਇਹ ਸਾਰਾ ਕੰਮ ਤੁਹਾਨੂੰ ਆਉਣਾ ਜ਼ਰੂਰੀ ਹੈ, ਮੀਨਸ ਕਿ ਇਹਨਾਂ ਗੱਲੋਂ ਤੁਹਾਨੂੰ ਇਹਨਾਂ ਦਾ ਪਤਾ ਲੱਗ ਗਿਆ ਹੋਵੇਗਾ ਕਿ ਕੈਨੇਡਾ ਦੇ ਵਿੱਚ ਕਾਰਪੈਂਟਰ ਦੀ ਕਾफ़ੀ ਜ਼ਿਆਦਾ ਡਿਮਾਂਡ ਹੈ, ਕਿਉਂਕਿ ਉੱਥੇ ਸਾਰੇ ਲੱਕੜ ਦੇ ਘਰ ਬਣੇ ਹੁੰਦੇ ਨੇ, ਜੰਗਲ ਜ਼ਿਆਦਾ ਨੇ, ਇਸ ਕਰਕੇ ਉੱਥੇ ਟਾਈਮ ਟੂ ਟਾਈਮ ਕਾਰਪੈਂਟਰ ਦੀ ਡਿਮਾਂਡ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ। ਹੁਣ ਆਪਾਂ ਗੱਲ ਕਰਾਂਗੇ ਜੀ ਜੋਬ ਟਾਈਟਲ। ਕੈਨੇਡਾ ਦੇ ਵਿੱਚ ਕਾਰਪੈਂਟਰ ਨੂੰ ਹੋਰ ਵੀ ਕਈ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ, ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਅਲੱਗ-ਅਲੱਗ ਨਾਮ ਦੇ ਨਾਲ ਕਾਰਪੈਂਟਰ ਨੂੰ ਬੁਲਾਇਆ ਜਾਂਦਾ ਹੈ। ਉਹ ਕਿਹੜੇ-ਕਿਹੜੇ ਨਾਮ ਨੇ ਉਹ ਵੀ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ। ਕਾਰਪੈਂਟਰ ਜੁਆਇਨਰ, ਸਟੇਅਰ ਬਿਲਡਰ ਕਾਰਪੈਂਟਰ, ਅਪ੍ਰੈਂਟਿਸ ਕਾਰਪੈਂਟਰ, ਮੇਨਟੇਨੈਂਸ ਕਾਰਪੈਂਟਰ, ਰਿਨੋਵੇਸ਼ਨ ਕਾਰਪੈਂਟਰ, ਰਫਿੰਗ ਕਾਰਪੈਂਟਰ, ਫਿਨਿਸ਼ਿੰਗ ਕਾਰਪੈਂਟਰ, ਜਰਨੀਮੈਨ ਕਾਰਪੈਂਟਰ ਅਤੇ ਜਰਨੀ ਵੂਮਨ ਕਾਰਪੈਂਟਰ। ਤਾਂ ਇਹ ਅਲੱਗ-ਅਲੱਗ ਕਾਰਪੈਂਟਰਸ ਦੇ ਨਾਮ। ਹੁਣ ਆਪਾਂ ਗੱਲ ਕਰਦੇ ਹਾਂ ਸੈਲਰੀ ਦੀ, ਮੀਨਸ ਕਿ ਐਨੂਅਲ ਇਨਕਮ ਕਿੰਨੀ ਹੁੰਦੀ ਹੈ ਇੱਕ ਕਾਰਪੈਂਟਰ। ਕੈਨੇਡਾ ਦੇ ਵਿੱਚ ਜਿਹੜਾ ਕਾਰਪੈਂਟਰ ਹੈ ਉਹ $26 ਪ੍ਰਤੀ ਘੰਟੇ ਤੋਂ ਸਟਾਰਟ ਕਰਕੇ $35 ਪ੍ਰਤੀ ਘੰਟੇ ਤੱਕ ਆਪਣੀ ਸੈਲਰੀ ਲੈ ਸਕਦਾ ਹੈ। ਤੇ ਅਗਰ ਉਹ ਸੈਟਰਡੇ ਸੰਡੇ ਵੀ ਕੰਮ ਕਰਦਾ ਹੈ, ਪ੍ਰਾਈਵੇਟ ਕੰਮ ਕਰਦਾ ਹੈ, ਤਾਂ ਉਹ ਆਪਣੀ ਸੈਲਰੀ ਨੂੰ ਡਬਲ ਵੀ ਕਰ ਸਕਦਾ ਹੈ। ਪਰ ਉਹੀ ਬੰਦਾ ਉੱਥੇ ਜਾ ਕੇ ਸਫਲ ਹੋ ਸਕਦਾ ਹੈ ਜਿਹੜੇ ਪਰਸਨ ਨੂੰ ਹੱਥੀਂ ਕੰਮ ਕਰਨ ਦੀ ਆਦਤ ਹੈ ਅਤੇ ਜਿਹੜਾ ਪੂਰਾ ਕੰਮ ਸਿੱਖ ਕੇ ਗਿਆ। ਸੋ ਸਟਾਰਟਿੰਗ ਦੇ ਵਿੱਚ ਕੰਮ ਜਿਹੜਾ ਉਹ ਘੱਟ ਪੈਸੇ ਤੋਂ ਚਾਲੂ ਕਰਨਾ ਪੈਂਦਾ ਹੈ ਅਤੇ ਜਿਵੇਂ ਜਿਵੇਂ ਤੁਹਾਡੇ ਕੋਲ ਐਕਸਪੀਰੀਅੰਸ ਹੋਈ ਜਾਂਦਾ ਹੈ ਉਵੇਂ ਉਵੇਂ ਤੁਹਾਡਾ ਜਿਹੜਾ ਕੰਮ ਹੈ ਉਹ ਤੁਹਾਡਾ ਵਧੀਆ ਢੰਗ ਨਾਲ ਚੱਲੇਗਾ ਅਤੇ ਵਧੀਆ ਢੰਗ ਦੀ ਤੁਸੀਂ ਇਨਕਮ ਪ੍ਰਾਪਤ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ, ਵੀ ਜੇ ਤੁਸੀਂ ਕੈਨੇਡਾ ਜਾਣਾ ਹੈ ਤਾਂ ਉੱਥੇ ਤੁਸੀਂ ਕਿਸ ਢੰਗ ਨਾਲ ਸੈਟਲ ਹੋ ਸਕਦੇ ਹੋ, ਤੁਹਾਡੀ ਕੁਆਲੀਫਿਕੇਸ਼ਨ ਕੀ ਉੱਥੇ ਰਿਕੁਆਇਰਡ ਹੈ। ਤੁਹਾਡੇ ਕੋਲ ਪਹਿਲਾਂ ਤਾਂ ਜਾਂ ਤਾਂ ਤੁਹਾਡੇ ਕੋਲ ਇੰਡੀਆ ਤੋਂ IT ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਟ੍ਰੇਡ ਕੋਰਸ ਤੁਸੀਂ 1 ਸਾਲ ਦਾ ਜਿਹੜਾ ਕਾਰਪੈਂਟਰ ਦਾ ਹੁੰਦਾ ਹੈ ਉਹ ਕੀਤਾ ਹੋਣਾ ਚਾਹੀਦਾ, ਉਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਜਾਂ ਫਿਰ ਤੁਸੀਂ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਤੁਹਾਡਾ, ਅਤੇ ਆਈਲੈਟਸ ਜਰਨਲ ਦੇ ਵਿੱਚੋਂ ਤੁਹਾਡੇ ਘੱਟੋ ਘੱਟ 5 ਬੈਂਡ ਹੋਣੇ ਜ਼ਰੂਰੀ, ਤਾਂ ਤੁਸੀਂ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹੋ। ਕੈਨੇਡਾ ਦੇ ਵਿੱਚ ਕੀ ਹੈ, ਕਾਰਪੈਂਟਰ ਅਪ੍ਰੈਂਟਿਸਸ਼ਿਪ ਦਾ ਕੋਰਸ ਕੀਤਾ ਜਾਵੇ ਤਾਂ ਜਿਹੜੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਉੱਥੇ ਕੈਨੇਡਾ ਦੇ ਵਿੱਚ ਹੈਗੇ ਨੇ ਉਹ ਪਰਮਾਨੈਂਟ ਰੈਜ਼ੀਡੈਂਸ ਹੋ ਚੁੱਕੇ ਨੇ, ਉਹ ਉੱਥੇ ਕਾਰਪੈਂਟਰ ਅਪ੍ਰੈਂਟਿਸਸ਼ਿਪ ਦਾ ਕੋਰਸ ਕਰ ਸਕਦੇ। ਸੋ ਅਗਰ ਤੁਸੀਂ ਸਾਡੇ ਕੈਨੇਡਾ ਦੇ ਆਫਿਸ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿਨ ਦੇ ਵੇਲੇ 'ਤੇ ਸੰਪਰਕ ਕਰ ਸਕਦੇ ਹੋ। ਸਾਡੇ ਕੈਨੇਡਾ ਦੇ ਆਫਿਸ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 1604 765 5008। ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਦਿਨ ਦੇ ਵੇਲੇ ਕੈਨੇਡਾ ਦੇ ਟਾਈਮ ਦੇ ਅਕੋਰਡਿੰਗਲੀ। ਅਤੇ ਅਗਰ ਤੁਸੀਂ ਇੰਡੀਆ ਦੇ ਵਿੱਚ ਐਡਮਿਸ਼ਨ ਦੇ ਰਿਗਾਰਡਿੰਗ ਗੱਲ ਕਰਨੀ ਹੈ ਜਾਂ IT ਦੇ ਕੋਰਸ ਬਾਰੇ ਕੁਝ ਪੁੱਛਣਾ ਹੈ ਤਾਂ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰ 9815 011 48 ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਸੋ ਅਗਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਜ਼ਿਆਦਾ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਬੱਚਿਆਂ ਨੂੰ IT ਦੇ ਕੋਰਸ ਬਾਰੇ ਨੌਲੇਜ ਮਿਲੇ ਅਤੇ ਉਹ ਸੋਚ ਸਕਣ ਕਿ ਹਾਂ ਉਹ ਇਹ ਕੋਰਸ ਕਰਕੇ ਕੈਨੇਡਾ ਜਾ ਕੇ ਵੀ ਸੈਟਲ ਹੋ ਸਕਦੇ। ਬੱਚਿਆਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬੱਚੇ ਘੱਟ ਖਰਚਾ ਕਰਕੇ ਸਹੀ ਢੰਗ ਦੇ ਨਾਲ ਕੈਨੇਡਾ ਜਾ ਕੇ ਸੈਟਲ ਹੋ ਸਕਣ। ਥੈਂਕ ਯੂ।